ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਸ ਕਲਾਸਿਸ 'ਤੇ। ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ ਹਿਸਟਰੀ ਦੇ ਮੋਸਟ ਇੰਪੋਰਟੈਂਟ MCQs ਕਰਾਂਗੇ, ਜੋ ਕਿ PSTET ਮਾਸਟਰ ਕੇਡਰ ਜਾਂ ਕੋਈ ਵੀ ਵਨਡੇ ਐਗਜ਼ਾਮ ਹੋ ਗਿਆ, ਤੁਸੀਂ ਦੇਣਾ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਲਈ ਮੋਸਟ ਇੰਪੋਰਟੈਂਟ ਸੈਸ਼ਨ ਹੈ। ਸੋ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੇ ਤੁਸੀਂ ਚੈਨਲ 'ਤੇ ਨਵੇਂ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਣੀਆਂ ਆਉਣ ਵਾਲੀਆਂ ਜਿੰਨੀਆਂ ਵੀ ਹੋਰ ਵੀਡੀਓਜ਼ ਹਨ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੇ ਇਸ ਹਿਸਟਰੀ ਦੇ ਮੋਸਟ ਇੰਪੋਰਟੈਂਟ ਸੈਸ਼ਨ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪਹਿਲੇ ਪ੍ਰਸ਼ਨ ਦੇ ਵੱਲ। ਕੀ ਹੈ ਪਹਿਲਾ ਪ੍ਰਸ਼ਨ? ਕਹਿੰਦਾ ਬਾਰਦੂਲੀ ਸੱਤਿਆਗ੍ਰਹਿ ਦਾ ਸਫਲ ਨੇਤਰਤਵ ਕਿਸ ਨੇ ਕੀਤਾ ਸੀਗਾ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਪ੍ਰਸ਼ਨ ਹੈ। ਕਹਿੰਦਾ ਬਾਰਦੂਲੀ ਸੱਤਿਆਗ੍ਰਹਿ ਦਾ ਸਫਲ ਨੇਤਰਤਵ ਕਿਸ ਨੇ ਕੀਤਾ ਸੀਗਾ। ਵੱਲਭ ਭਾਈ ਪਟੇਲ, ਮੋਤੀ ਲਾਲ ਨਹਿਰੂ, JV ਕਿਰਪਲਾਨੀ ਜਾਂ ਜਵਾਹਰ ਲਾਲ ਨਹਿਰੂ। ਸੋ ਬਾਰਦੂਲੀ ਸੱਤਿਆਗ੍ਰਹਿ ਦਾ ਨੇਤਰਤਵ ਕੀਤਾ ਸੀਗਾ ਵੱਲਭ ਭਾਈ ਪਟੇਲ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਬਾਰਦੂਲੀ ਸੱਤਿਆਗ੍ਰਹਿ ਦਾ ਜੋ ਨੇਤਰਤਵ ਕੀਤਾ ਸੀਗਾ, ਇਹ ਕੀਤਾ ਸੀ ਵੱਲਭ ਭਾਈ ਪਟੇਲ ਨੇ। ਹੁਣ ਬਾਰਦੂਲੀ ਹੈ ਕਿੱਥੇ ਅਤੇ ਇਹ ਅੰਦੋਲਨ ਹੋਇਆ ਕਦੋਂ ਸੀਗਾ ਸੱਤਿਆਗ੍ਰਹਿ? ਸੋ 1928 ਦੇ ਵਿੱਚ ਇਹ ਅੰਦੋਲਨ ਸਟਾਰਟ ਹੋਇਆ ਸੀਗਾ। ਹੋਇਆ ਕਿੱਥੇ ਸੀਗਾ? ਗੁਜਰਾਤ ਦੇ ਵਿੱਚ। ਗੁਜਰਾਤ ਦੇ ਵਿੱਚ ਇਹ ਬਾਰਦੂਲੀ ਸਥਿਤ ਹੈਗਾ। ਉੱਥੇ ਇਹ ਸਟਾਰਟ ਹੋਇਆ ਸੀਗਾ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਵਿੱਚ। ਕਿਉਂ ਸਟਾਰਟ ਹੋਇਆ ਸੀਗਾ? ਬ੍ਰਿਟਿਸ਼ ਸਰਕਾਰ ਸੀਗੀ ਜੋ ਉਹਨਾਂ ਨੇ ਨਾ ਭੂਮੀ ਕਰ 30% ਜ਼ਿਆਦਾ ਵਧਾ ਦਿੱਤਾ ਸੀਗਾ। ਸੋ ਇਸ ਦੇ ਖਿਲਾਫ ਸੱਤਿਆਗ੍ਰਹਿ ਸਟਾਰਟ ਕੀਤਾ ਸੀਗਾ। ਸੋ ਬਾਰਦੂਲੀ ਦੀਆਂ ਮਹਿਲਾਵਾਂ ਨੇ ਵੱਲਭ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀਗੀ। ਇਸ ਕਰਕੇ ਕੀ ਕਿਹਾ ਜਾਂਦਾ ਹੈਗਾ? ਸਰਦਾਰ ਵੱਲਭ ਭਾਈ ਪਟੇਲ। ਸੋ ਸਰਦਾਰ ਦੀ ਉਪਾਧੀ ਵੀ ਕਦੋਂ ਮਿਲੀ ਸੀਗੀ? ਬਾਰਦੂਲੀ ਸੱਤਿਆਗ੍ਰਹਿ ਤੋਂ ਵੱਲਭ ਭਾਈ ਪਟੇਲ ਨੂੰ ਮਿਲੀ ਸੀਗੀ। ਮੋਸਟ ਇੰਪੋਰਟੈਂਟ ਆ ਇਹ। ਪੇਪਰ ਦੇ ਵਿੱਚ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਕਿ ਸਰਦਾਰ ਦੀ ਉਪਾਧੀ ਵੱਲਭ ਭਾਈ ਪਟੇਲ ਨੂੰ ਕਦੋਂ ਮਿਲੀ ਸੀਗੀ। ਸੋ ਸਰਦਾਰ ਦੀ ਉਪਾਧੀ ਵੱਲਭ ਭਾਈ ਪਟੇਲ ਨੂੰ ਕਦੋਂ ਮਿਲੀ ਸੀਗੀ? ਬਾਰਦੂਲੀ ਸੱਤਿਆਗ੍ਰਹਿ ਤੋਂ ਮਿਲੀ ਸੀਗੀ। ਸੋ ਮਹਾਤਮਾ ਗਾਂਧੀ ਜੀ ਨੇ ਇਸ ਨੂੰ ਪੋਪੂਲਰ ਕੀਤਾ ਸੀਗਾ, ਤਾਂ ਕਰਕੇ ਹੁਣ ਤੱਕ ਕੀ ਇਸ ਨੂੰ ਆਪਾਂ ਨਾਮ ਨਾਲ ਕੀ ਬੋਲਦੇ ਹਾਂ ਅੱਗੇ? ਸਰਦਾਰ ਵੱਲਭ ਭਾਈ ਪਟੇਲ ਹੀ ਲਾਉਣੇ ਹੈਗੇ। ਸੋ ਬਾਰਦੂਲੀ ਸੱਤਿਆਗ੍ਰਹਿ ਦਾ ਨੇਤਰਤਵ ਕਿਸ ਨੇ ਕੀਤਾ ਸੀਗਾ? ਵੱਲਭ ਭਾਈ ਪਟੇਲ ਨੇ। ਕਦੋਂ ਸਟਾਰਟ ਹੋਇਆ ਸੀਗਾ? 1928 ਦੇ ਵਿੱਚ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਵਿੱਚ ਇਹ ਸਟਾਰਟ ਹੋਇਆ ਸੀਗਾ। ਸੋ ਸਰਦਾਰ ਦੀ ਉਪਾਧੀ ਬਾਰਦੂਲੀ ਸੱਤਿਆਗ੍ਰਹਿ ਵਿੱਚ ਮਹਿਲਾਵਾਂ ਨੇ ਵੱਲਭ ਭਾਈ ਪਟੇਲ ਜੀ ਨੂੰ ਦਿੱਤੀ ਸੀਗੀ। ਨੈਕਸਟ ਕਹਿੰਦਾ ਫਰਵਰੀ 1922 ਵਿੱਚ ਪੁਲਿਸ ਚੌਂਕੀ ਵਿੱਚ ਅੱਗ ਲਗਾਉਣ ਦੀ ਘਟਨਾ ਸੰਬੰਧਿਤ ਚੋਰੀ ਚੋਰਾ ਕਿਸ ਰਾਜ ਨਾਲ ਸੰਬੰਧਿਤ ਹੈ? ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਇਹ। ਚੋਰੀ ਚੋਰਾ ਦੀ ਘਟਨਾ ਕਿਹੜੇ ਰਾਜ ਦੀ ਹੈਗੀ? ਰਾਜਸਥਾਨ ਦੀ ਆ, ਮੱਧ ਪ੍ਰਦੇਸ਼ ਦੀ ਆ, ਬਿਹਾਰ ਦੀ ਆ ਜਾਂ ਉੱਤਰ ਪ੍ਰਦੇਸ਼ ਦੀ ਆ? ਸੋ ਜੋ ਇਹ ਘਟਨਾ ਇਹ ਹੈਗੀ ਉੱਤਰ ਪ੍ਰਦੇਸ਼ ਦੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਚੋਰੀ ਚੋਰਾ ਦੀ ਘਟਨਾ ਹੋਈ ਸੀਗੀ, ਇਹ ਹੋਈ ਸੀਗੀ 1922 ਦੇ ਵਿੱਚ। ਕਈ ਵਾਰ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਚੋਰੀ ਚੋਰਾ ਦੀ ਘਟਨਾ ਕਦੋਂ ਹੋਈ ਸੀ। ਸੋ ਇਹ ਹੋਈ ਸੀ 1922 ਦੇ ਵਿੱਚ। ਇਹਦੀ ਕੀ ਸਟੋਰੀ ਸੀਗੀ? ਜਦੋਂ ਗਾਂਧੀ ਜੀ ਦਾ ਨਾਮ ਮਿਲਵਰਤਨ ਲਹਿਰ ਚੱਲੀ ਜਾਂਦੀ ਸੀ, ਉਦੋਂ ਪੂਰੀ ਸ਼ਿਖਰ 'ਤੇ ਸੀਗੀ, ਟੌਪ 'ਤੇ ਸੀਗੀ। 4 ਫਰਵਰੀ 1922 ਨੂੰ 4 ਫਰਵਰੀ 1922 ਨੂੰ ਉੱਤਰ ਪ੍ਰਦੇਸ਼ ਵਿੱਚ ਚੋਰੀ ਚੋਰਾ, ਜੋ ਕਿ ਗੋਰਖਪੁਰ ਜ਼ਿਲ੍ਹਾ ਹੈਗਾ, UP ਦਾ ਬਹੁਤ ਮਸ਼ਹੂਰ ਜ਼ਿਲ੍ਹਾ ਹੈਗਾ, ਉੱਥੇ ਅੰਦੋਲਨਕਾਰੀਆਂ ਨੇ ਥਾਣੇ 'ਚ ਹਮਲਾ ਕਰਤਾ ਸੀਗਾ। ਸੋ ਉੱਥੇ ਜੋ 22 ਪੁਲਿਸ ਕਰਮਚਾਰੀ ਸੀ ਉਹਨਾਂ ਨੂੰ ਅੱਗ ਦੇ ਵਿੱਚ ਉਹ ਸੜ ਗਏ ਸੀਗੇ, ਸਟੇਸ਼ਨ ਨੂੰ ਅੱਗ ਲਾਤੀ ਸੀਗੀ। ਸੋ ਇਸ ਜੋ ਹਿੰਸਾ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸੀਗਾ। ਉਹਨਾਂ ਨੇ ਇਹ ਮਹਿਸੂਸ ਕੀਤਾ ਸੀਗਾ ਕਿ ਭਾਰਤ ਵਿੱਚ ਅਜੇ ਹਿੰਸਾ ਅਤੇ ਸੱਚ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਹੈਗਾ। ਸੋ ਇਸ ਲਈ ਉਹਨਾਂ ਨੇ ਇਸ ਅੰਦੋਲਨ ਨੂੰ ਕੀ ਹੈਗਾ ਸਮਾਪਤ ਕਰ ਦਿੱਤਾ ਸੀ ਜਾਂ ਵਾਪਿਸ ਲੈ ਲਿਆ ਸੀਗਾ। ਸੋ ਚੋਰੀ ਚੋਰਾ ਦੀ ਇਹ ਘਟਨਾ ਕਿੱਥੇ ਹੋਈ ਸੀਗੀ? UP ਦੇ ਗੋਰਖਪੁਰ ਦੇ ਵਿੱਚ 1922 ਦੇ ਵਿੱਚ। ਉਦੋਂ ਕਿਹੜਾ ਅੰਦੋਲਨ ਸਿਖਰ 'ਤੇ ਸੀਗਾ? ਨਾ ਮਿਲਵਰਤਨ ਅੰਦੋਲਨ ਮਹਾਤਮਾ ਗਾਂਧੀ ਜੀ ਦੁਆਰਾ ਚਲਾਇਆ ਹੋਇਆ ਸੀਗਾ। ਉਹਨਾਂ ਨੇ ਇਸ ਅੰਦੋਲਨ ਨੂੰ ਵਾਪਿਸ ਲੈ ਲਿਆ ਸੀਗਾ। ਨੈਕਸਟ 1929 ਵਿੱਚ ਲਾਹੌਰ ਵਿੱਚ ਆਯੋਜਿਤ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਵੇਸ਼ਨ ਦਾ ਅਧਿਅਕਸ਼ ਕੌਣ ਸੀਗਾ? ਸੋ 1929 ਦੇ ਵਿੱਚ ਲਾਹੌਰ ਦੇ ਵਿੱਚ ਜੋ
ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਹੋਇਆ ਸੀ, ਅਧਿਵੇਸ਼ਨ ਹੋਇਆ ਸੀਗਾ, ਉਸ ਦਾ ਅਧਿਅਕਸ਼ ਕੌਣ ਸੀ ਉਸ ਵੇਲੇ? ਵੱਲਭ ਭਾਈ ਪਟੇਲ ਸੀ, ਮੋਤੀ ਲਾਲ ਨਹਿਰੂ ਸੀ, ਜਵਾਹਰ ਲਾਲ ਨਹਿਰੂ ਸੀ ਜਾਂ ਰਾਜਿੰਦਰ ਪ੍ਰਸਾਦ ਸੀ? ਸੋ ਉਸ ਵੇਲੇ ਜੋ ਅਧਿਵੇਸ਼ਨ ਹੋਇਆ ਸੀਗਾ ਲਾਹੌਰ ਦੇ ਵਿੱਚ, ਬਹੁਤ ਇੰਪੋਰਟੈਂਟ ਆ ਇਹ। ਲਾਹੌਰ ਦਾ ਅਧਿਵੇਸ਼ਨ ਭਾਰਤੀ ਰਾਸ਼ਟਰੀ ਕਾਂਗਰਸ ਦਾ, ਇਹਦਾ ਜੋ ਉਸ ਸਮੇਂ ਅਧਿਅਕਸ਼ ਸੀਗਾ ਉਹ ਸੀਗਾ ਪੰਡਿਤ ਜਵਾਹਰ ਲਾਲ ਨਹਿਰੂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਕਾਂਗਰਸ ਦੇ ਇਸ ਅਧਿਵੇਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀਗੀ। ਕਈ ਵਾਰ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਪੂਰਨ ਸਵਰਾਜ ਦੀ ਮੰਗ ਕਦੋਂ ਕੀਤੀ ਗਈ ਸੀਗੀ? 1929 ਦੇ ਵਿੱਚ ਕੀਤੀ ਗਈ ਸੀਗੀ। ਕਿਸ ਦੁਆਰਾ ਕੀਤੀ ਗਈ ਸੀ? ਇਹ ਕੀਤੀ ਗਈ ਸੀਗੀ ਜਵਾਹਰ ਲਾਲ ਨਹਿਰੂ ਦੁਆਰਾ। ਕਿੱਥੇ ਕੀਤੀ ਗਈ ਸੀਗੀ? ਲਾਹੌਰ ਅਧਿਵੇਸ਼ਨ ਦੇ ਦੁਆਰਾ। ਇਹ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਰਾਵੀ ਨਦੀ ਦੇ ਕੰਢੇ ਸਥਿਤ। ਇਹ ਵੀ ਇੱਕ ਪ੍ਰਸ਼ਨ ਤੋਂ ਘੱਟੋ ਘੱਟ 4 ਤੋਂ 5 ਪ੍ਰਸ਼ਨ ਬਣਦੇ ਹੈਗੇ। ਸੋ ਕਾਂਗਰਸ ਦਾ ਜੋ ਲਾਹੌਰ ਦਾ ਇਹ ਅਧਿਵੇਸ਼ਨ ਹੋਇਆ ਸੀਗਾ ਦਸੰਬਰ 1929 ਦੇ ਵਿੱਚ ਸਾਲਾਨਾ ਸਮਾਗਮ ਹੋਇਆ ਸੀਗਾ। ਇਸ ਸਮਾਗਮ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀਗੀ ਅਤੇ ਪੂਰਨ ਸਵਰਾਜ ਦਾ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਸੀਗਾ। ਇਸ ਸੰਮੇਲਨ ਦੇ ਵਿੱਚ ਤਿਰੰਗਾ ਵੀ ਲਹਿਰਾਇਆ ਗਿਆ ਸੀਗਾ। ਇਸ ਸੰਮੇਲਨ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ 26 ਜਨਵਰੀ 1929 ਨੂੰ ਦੇਸ਼ ਭਰ ਦੇ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਕਰਕੇ ਹੀ 26 ਜਨਵਰੀ ਦਾ ਦਿਨ ਜੋ ਕਿ ਰੱਖਿਆ ਗਿਆ ਸੀ ਜਦੋਂ ਸੰਵਿਧਾਨ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। 26 ਜਨਵਰੀ ਦਾ ਦਿਨ ਇਸ ਕਰਕੇ ਹੀ ਰੱਖਿਆ ਗਿਆ ਸੀਗਾ। ਸੋ 26 ਜਨਵਰੀ 1923 ਨੂੰ ਦੇਸ਼ ਭਰ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਯੋਜਨਾ ਮੁਤਾਬਕ ਜੇ ਕਿ ਹੋਈ ਸੀਗੀ 26 ਜਨਵਰੀ 1930 ਨੂੰ ਪੂਰੇ ਭਾਰਤ ਦੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਉਸ ਦਿਨ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਪਮਾਲਾ ਵੀ ਕੀਤੀ ਸੀਗੀ, ਖੁਸ਼ੀ ਮਨਾਈ ਸੀਗੀ ਅਤੇ ਨਵਾਂ ਸੰਵਿਧਾਨ ਤਿਆਰ ਹੋ ਗਿਆ ਜੋ ਕਿ 26 ਜਨਵਰੀ ਨੂੰ ਹੀ ਲਾਗੂ ਕੀਤਾ ਗਿਆ ਸੀਗਾ। ਇਸ ਕਰਕੇ ਇਹ ਲਾਹੌਰ ਦਾ ਅਧਿਵੇਸ਼ਨ ਆ ਜੋ ਕਿ ਮੋਸਟ ਇੰਪੋਰਟੈਂਟ ਹੈਗਾ। ਸੋ ਕੀ ਚੀਜ਼ਾਂ ਇਹਦੇ ਵਿੱਚ ਲਾਹੌਰ ਦੇ ਅਧਿਵੇਸ਼ਨ ਦੇ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀਗਾ। ਕਦੋਂ ਕੀਤਾ ਸੀਗਾ? 1929 ਦੇ ਵਿੱਚ। ਇਸ ਦੀ ਪ੍ਰਧਾਨਗੀ ਕਿਹਨੇ ਕੀਤੀ ਸੀਗੀ? ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀਗੀ। ਇਹ ਕਈ ਚੀਜ਼ਾਂ ਇਸ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਹਨ। ਨੈਕਸਟ, ਰਾਇਤਵਾੜੀ ਵਿਵਸਥਾ ਸਭ ਤੋਂ ਪਹਿਲਾਂ ਕਿੱਥੇ ਸਟਾਰਟ ਕੀਤੀ ਗਈ ਸੀ? ਰਾਇਤਵਾੜੀ। ਸੋ ਰਾਇਤਵਾੜੀ ਵਿਵਸਥਾ ਸਭ ਤੋਂ ਪਹਿਲਾਂ ਗੁਜਰਾਤ, ਮਦਰਾਸ, ਬੰਬਈ ਜਾਂ ਉੜੀਸਾ। ਸੋ ਰਾਇਤਵਾੜੀ ਵਿਵਸਥਾ ਸਭ ਤੋਂ ਪਹਿਲਾਂ ਸਟਾਰਟ ਕੀਤੀ ਗਈ ਸੀ, ਇਹ ਕੀਤੀ ਗਈ ਸੀਗੀ ਮਦਰਾਸ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਰਾਇਤ ਦਾ ਮਤਲਬ ਕੀ ਹੁੰਦਾ ਗਾ? ਰਾਇਤ ਦਾ ਮਤਲਬ ਹੁੰਦਾ ਗਾ ਕਿਸਾਨ। ਰਾਇਤ ਦਾ ਮਤਲਬ ਹੁੰਦਾ ਗਾ ਕਿਸਾਨ। ਸੋ ਇਹ ਵਿਵਸਥਾ ਸਭ ਤੋਂ ਪਹਿਲਾਂ ਮਦਰਾਸ ਦੇ ਵਿੱਚ ਸਟਾਰਟ ਕੀਤੀ ਗਈ ਸੀਗੀ। ਇਹ ਵਿਵਸਥਾ ਦੇ ਅੰਦਰ ਅੰਗਰੇਜ਼ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਕਰ ਜੋ ਕਿ ਵਸੂਲਦੇ ਸਨ। ਮਤਲਬ ਕਿ ਅੰਗਰੇਜ਼ ਆਪ ਕਿਸਾਨਾਂ ਤੋਂ ਸਿੱਧੇ ਤੌਰ 'ਤੇ ਘਰੇ ਜਾ ਕੇ ਕਾਰਾਂ ਦੀ ਵਸੂਲੀ ਕਰਦੇ ਸਨ। ਸੋ ਇਸ ਵਿਵਸਥਾ ਤੋਂ ਇਹ ਮਤਲਬ ਸੀਗਾ। ਨੈਕਸਟ, ਆਲ ਇੰਡੀਆ ਹਰੀਜਨ ਸੰਘ ਦੀ ਸਥਾਪਨਾ 1932 ਦੇ ਵਿੱਚ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਬਹੁਤ ਇੰਪੋਰਟੈਂਟ ਹੈ ਇਹ। ਆਲ ਇੰਡੀਆ ਹਰੀਜਨ ਸੰਘ ਦੀ ਸਥਾਪਨਾ 1932 ਦੇ ਵਿੱਚ ਕਿਸ ਦੇ ਦੁਆਰਾ ਕੀਤੀ ਗਈ ਸੀ? ਸਭ ਤੋਂ ਪਹਿਲਾਂ ਇਹੀ ਪੁੱਛਿਆ ਜਾਂਦਾ ਕਿ ਹਰੀਜਨ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ? ਸੋ 1932 ਦੇ ਵਿੱਚ ਕੀਤੀ ਗਈ ਸੀ। ਹੁਣ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਇਹਦੇ ਵਿੱਚ ਬਹੁਤ ਕਨਫਿਊਜ਼ ਹੁੰਦੇ ਡਾਕਟਰ ਭੀਮ ਰਾਓ ਅਤੇ ਮਹਾਤਮਾ ਗਾਂਧੀ ਦੇ ਵਿਚਕਾਰ। ਸੋ ਇਹ ਸਟਾਰਟ ਕੀਤੀ ਸੀਗੀ ਮਹਾਤਮਾ ਗਾਂਧੀ ਜੀ ਦੁਆਰਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਦੋਂ ਸਟਾਰਟ ਕੀਤੀ ਸੀਗੀ? 1932 ਦੇ ਵਿੱਚ। ਇਹ ਕਿਉਂ ਸਟਾਰਟ ਕੀਤੀ ਸੀਗੀ? ਕਿਉਂਕਿ ਮਹਾਤਮਾ ਗਾਂਧੀ ਜੀ ਨੂੰ ਇਹ ਸਮਝਿਆ ਜਾਂਦਾ ਸੀਗਾ ਕਿ ਇਹ ਹਰੀਜਨ ਮਤਲਬ ਕਿ ਜੋ ਕਿ ਐਸੀ ਕੈਟਾਗਰੀ ਦੇ ਲੋਕ ਆ ਗਏ ਉਹਨਾਂ ਨੂੰ ਉਹ ਸਹੀ ਨਹੀਂ ਸਮਝਦੇ। ਸੋ ਇਸ ਕਰਕੇ ਉਹਨਾਂ ਨੇ ਆਲ ਇੰਡੀਆ ਹਰੀਜਨ ਸੰਘ ਦੀ ਸਥਾਪਨਾ ਕੀਤੀ ਸੀ। ਉਹ ਸਭ ਨੂੰ ਬਰਾਬਰ ਸਮਝਦੇ ਸਨ। ਨੈਕਸਟ, ਹੜੱਪਾ ਸੱਭਿਅਤਾ ਦੀ ਖੋਜ ਕਿਸ ਸਾਲ ਹੋਈ ਸੀਗੀ? ਇਹ ਵੀ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਸਵਾਲ ਹੈਗਾ। ਹੜੱਪਾ ਸੱਭਿਅਤਾ ਦੀ ਖੋਜ ਕਿਸ ਸਾਲ ਹੋਈ ਸੀਗੀ? 1901 ਦੇ ਵਿੱਚ, 21 ਦੇ ਵਿੱਚ, 35 'ਚ ਜਾਂ 42 ਦੇ ਵਿੱਚ। ਸੋ ਹੜੱਪਾ ਸੱਭਿਅਤਾ ਦੀ ਖੋਜ ਹੋਈ ਸੀ 1921 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਸ ਦੀ ਖੋਜ ਕੀਤੀ ਕਿਸ ਨੇ ਸੀਗੀ? ਇਸ ਦੀ ਖੋਜ ਕੀਤੀ ਸੀਗੀ ਦਇਆ ਰਾਮ ਸਾਨੀ ਨੇ ਕੀਤੀ ਸੀਗੀ। ਕਦੋਂ ਕੀਤੀ ਸੀ? 1921 ਦੇ ਵਿੱਚ। ਇਹ ਕਿੱਥੇ ਸਥਿਤ ਆ? ਇਹ ਸਥਿਤ ਹੈ ਪਾਕਿਸਤਾਨ ਦੇ ਵਿੱਚ। ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ? ਪਾਕਿਸਤਾਨ ਦੇ ਮੈਂਟਗੋਮਰੀ ਜ਼ਿਲ੍ਹੇ ਦੇ ਵਿੱਚ ਇਹ ਸਥਿਤ ਹੈ। ਅਤੇ ਕਿਹੜੀ ਨਦੀ ਦੇ ਕੰਢੇ ਸਥਿਤ ਹੈ ਹੜੱਪਾ ਸੱਭਿਅਤਾ? ਇਹ ਹੈ ਰਾਵੀ ਨਦੀ ਦੇ ਕੰਢੇ ਸਥਿਤ। ਸੋ
ਹੜੱਪਾ ਸੱਭਿਅਤਾ ਦੀ ਖੋਜ ਹੋਈ ਕਦੋਂ ਸੀ? 1921 ਦੇ ਵਿੱਚ। ਕਿਸ ਨੇ ਕੀਤੀ ਸੀ? ਦਇਆ ਰਾਮ ਸਾਹਨੀ ਨੇ। ਕਿੱਥੇ ਸਥਿਤ ਹੈ? ਪਾਕਿਸਤਾਨ ਦੇ ਮੈਂਟਗੋਮਰੀ ਜ਼ਿਲ੍ਹੇ ਦੇ ਵਿੱਚ। ਕਿਹੜੀ ਨਦੀ ਦੇ ਕੰਢੇ ਸਥਿਤ ਹੈ ਇਹ? ਰਾਵੀ ਨਦੀ ਦੇ ਕੰਢੇ ਸਥਿਤ ਹੈ। ਨੈਕਸਟ, 1876 ਵਿੱਚ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ? ਸੋ 1876 ਦੇ ਵਿੱਚ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਸੁਰਿੰਦਰਨਾਥ ਬੈਨਰਜੀ, ਚਿਤਰੰਜਨ ਦਾਸ, WC ਬੈਨਰਜੀ ਜਾਂ ਅਰਵਿੰਦ ਘੋਸ਼। ਸੋ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀਗੀ ਸੁਰਿੰਦਰਨਾਥ ਬੈਨਰਜੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਿੱਥੇ ਕੀਤੀ ਸੀਗੀ? ਇਹ ਕੀਤੀ ਸੀਗੀ ਕਲਕੱਤਾ ਦੇ ਵਿੱਚ ਕੀਤੀ ਸੀਗੀ। ਸੋ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ 1876 ਦੇ ਵਿੱਚ ਸੁਰਿੰਦਰਨਾਥ ਬੈਨਰਜੀ ਨੇ ਕੀਤੀ ਸੀ। ਹੁਣ ਇੱਕ ਚੀਜ਼ ਹੋਰ, ਇੱਕ ਪੁੱਛਿਆ ਜਾਂਦਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ? ਸੋ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ ਸੀਗੀ 1885 ਦੇ ਵਿੱਚ। ਉਸ ਤੋਂ 1 ਸਾਲ ਸਥਾਪਨਾ ਤੋਂ ਬਾਅਦ ਸੋ ਇੰਡੀਅਨ ਐਸੋਸੀਏਸ਼ਨ ਸੀ ਜੋ ਉਹ ਇਸ ਦੇ ਵਿੱਚ ਮਰਜ ਹੋ ਗਈ ਸੀਗੀ। ਇਹ ਵੀ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਇੰਡੀਅਨ ਐਸੋਸੀਏਸ਼ਨ ਕਦੋਂ ਮਰਜ ਹੋਈ? ਤਾਂ ਕਦੋਂ ਹੋਈ ਹੈਗੀ? 1886 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਇਹ ਮਰਜ ਹੋ ਗਈ ਸੀ ਇੰਡੀਅਨ ਐਸੋਸੀਏਸ਼ਨ। ਨੈਕਸਟ, 1905 ਵਿੱਚ ਸਰਵੈਂਟਸ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਸਰਵੈਂਟਸ ਆਫ ਇੰਡੀਆ ਸੁਸਾਇਟੀ, ਇਸ ਦੀ ਸਥਾਪਨਾ ਕੀਤੀ ਗਈ ਸੀ 1905 ਦੇ ਵਿੱਚ। ਕਿਸ ਦੇ ਦੁਆਰਾ ਕੀਤੀ ਗਈ ਸੀ? ਇਹ ਕੀਤੀ ਗਈ ਸੀ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਕੀਤੀ ਗਈ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਕਿਉਂ ਕੀਤੀ ਗਈ ਸੀ? ਇਹ ਸਮਾਜ ਸੁਧਾਰ ਲਈ ਇਸ ਦੀ ਸਥਾਪਨਾ ਕੀਤੀ ਗਈ ਸੀਗੀ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ 1905 ਵਿੱਚ। ਕਿੱਥੇ ਕੀਤੀ ਗਈ ਸੀਗੀ? ਇਹ ਗੋਪਾਲ ਕ੍ਰਿਸ਼ਨ ਗੋਖਲੇ ਜੀ ਦੁਆਰਾ ਕੀਤੀ ਗਈ ਸੀਗੀ। ਹੁਣ ਗੋਪਾਲ ਕ੍ਰਿਸ਼ਨ ਗੋਖਲੇ ਜੀ ਦਾ ਹੋਰ ਕੀ ਜ਼ਿਆਦਾ ਪੁੱਛਿਆ ਜਾਂਦਾ ਗਾ, ਜਦੋਂ ਬਨਾਰਸ ਦੇ ਅੰਦਰ ਕਾਂਗਰਸ ਦਾ ਅਧਿਵੇਸ਼ਨ ਹੋਇਆ ਸੀਗਾ ਉਸ ਸਮੇਂ ਇਹ ਪ੍ਰੈਜ਼ੀਡੈਂਟ ਸਨ। 1905 ਦੇ ਵਿੱਚ ਹੀ ਇਹ ਅਧਿਵੇਸ਼ਨ ਹੋਇਆ ਸੀਗਾ ਬਨਾਰਸ ਦੇ ਵਿੱਚ। ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਗਾ। ਨੈਕਸਟ, ਗੁਲਾਮ ਵੰਸ਼ ਦੇ ਸੰਸਥਾਪਕ ਕੌਣ ਹਨ? ਗੁਲਾਮ ਵੰਸ਼ ਦੇ ਸੰਸਥਾਪਕ ਇਲਤੁਤਮਿਸ਼, ਕੁਤਬਦੀਨ ਐਬਕ, ਫਿਰੋਜ਼ ਸ਼ਾਹ ਤੁਗਲਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਗੁਲਾਮ ਵੰਸ਼ ਦੇ ਜੋ ਸੰਸਥਾਪਕ ਹਨ ਉਹ ਹਨ ਕੁਤਬਦੀਨ ਐਬਕ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੁਤਬਦੀਨ ਐਬਕ ਦਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ ਹੈਗਾ? 1206 ਤੋਂ ਲੈ ਕੇ 1210 ਈਸਵੀ ਤੱਕ ਰਿਹਾ ਗਾ। ਸੋ ਮੁਹੰਮਦ ਗੌਰੀ ਦੀ ਮੌਤ ਤੋਂ ਬਾਅਦ ਮੂਲ ਰੂਪ 'ਚ ਜੋ ਤੱਕ ਤੁਰਕੀ ਗੁਲਾਮ ਸੀਗਾ ਉਹ ਹਿੰਦੁਸਤਾਨ ਦਾ ਇੱਕ ਇਹ ਮਾਲਕ ਬਣ ਗਿਆ ਸੀਗਾ। ਸੋ ਗੁਲਾਮ ਵੰਸ਼ ਦੀ ਸਥਾਪਨਾ ਹੋਈ ਕਦੋਂ ਸੀਗੀ? 1206 ਦੇ ਵਿੱਚ ਹੋਈ ਸੀਗੀ। ਕੁਤਬਦੀਨ ਐਬਕ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਹੈਗਾ? ਇਸ ਨੂੰ ਲੱਖ ਬਖਸ਼ ਜਾਂ ਲੱਖ ਦਾ ਦਾਤਾ ਵੀ ਕਿਹਾ ਜਾਂਦਾ। ਇਹਦੀ ਉਪਾਧੀ ਵੀ ਇਸ ਨੂੰ ਦਿੱਤੀ ਗਈ ਸੀਗੀ। 1210 ਦੇ ਵਿੱਚ ਕੀ ਹੋਇਆ ਸੀਗਾ? ਹਾਰਸ ਪੋਲੋ ਖੇਡਦੇ ਹੋਏ, ਜੋ ਕਿ ਘੋੜੇ ਵਾਲੀ ਪੋਲੋ ਹੁੰਦੀ ਆ, ਉਹ ਖੇਡਦੇ ਹੋਏ ਇਸ ਦੀ ਮੌਤ ਹੋ ਗਈ ਸੀਗੀ। ਪਿਛਲੇ ਪੇਪਰ ਮਾਸਟਰ ਕੇਡਰ ਦੇ ਪੇਪਰ ਦੇ ਵਿੱਚ ਵੀ ਇਹ ਪ੍ਰਸ਼ਨ ਪੁੱਛਿਆ ਹੋਇਆ ਸੀਗਾ, ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ ਸੀਗੀ? ਸੋ ਹਾਰਸ ਪੋਲੋ ਖੇਡਦੇ ਹੋਏ ਇਸ ਦੀ ਮੌਤ ਹੋ ਗਈ ਸੀਗੀ। ਸੋ ਇੱਕ ਇਸ ਨੇ ਹੋਰ ਮਸ਼ਹੂਰ ਚੀਜ਼ ਵੀ ਬਣਾਈ ਸੀਗੀ, ਅਜਮੇਰ ਦੇ ਵਿੱਚ 2.5 ਦਿਨ ਕਾ ਝੌਂਪੜਾ। ਇਹ ਵੀ ਇਸ ਦੀ ਬਣਾਈ ਹੋਈ ਇੱਕ ਬਹੁਤ ਮਸ਼ਹੂਰ ਹੈਗੀ 2.5 ਦਿਨ ਕਾ ਝੌਂਪੜਾ। ਸੋ ਗੁਲਾਮ ਵੰਸ਼ ਦੇ ਸੰਸਥਾਪਕ ਕੌਣ ਸਨ? ਕੁਤਬਦੀਨ ਐਬਕ। ਇਹਦਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ? 1206 ਤੋਂ 1210 ਤੱਕ। ਇਸ ਨੂੰ ਲੱਖ ਦਾਤਾ ਜਾਂ ਲੱਖ ਬਖਸ਼ ਵੀ ਕਿਹਾ ਜਾਂਦਾ ਗਾ। 1210 ਦੇ ਵਿੱਚ ਇਸ ਦੀ ਮੌਤ ਹੋ ਗਈ ਸੀਗੀ ਪੋਲੋ ਖੇਡਦੇ ਹੋਏ ਸਮੇਂ। ਨੈਕਸਟ, ਕਿਸ ਸ਼ਾਸਕ ਨੇ ਆਗਰਾ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ? ਸੋ ਕਿਹੜੇ ਸ਼ਾਸਕ ਨੇ ਆਗਰਾ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ? ਸਿਕੰਦਰ ਲੋਧੀ ਨੇ, ਅਕਬਰ ਨੇ, ਸ਼ਾਹਜਹਾਂ ਨੇ ਜਾਂ ਬਹਿਲੋਲ ਲੋਧੀ ਨੇ। ਸੋ ਆਗਰਾ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ ਸਿਕੰਦਰ ਲੋਧੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਦੋਂ ਕੀਤੀ ਸੀਗੀ? 1504 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਸੀਗੀ। ਸੋ ਲੋਧੀ ਵੰਸ਼ ਦੇ ਇਹ ਸ਼ਾਸਕ ਵੀ ਸਨ। ਨੈਕਸਟ, ਹੁਣ ਲੋਧੀ ਵੰਸ਼ ਦੇ ਸ਼ਾਸਕ ਆ ਗਏ, ਕਿਹੜੇ ਕਿਹੜੇ ਸੀਗੇ? ਬਹਿਲੋਲ ਲੋਧੀ ਦਾ ਕਾਰਜਕਾਲ ਕਦੋਂ ਤੋਂ ਕਦੋਂ ਤੱਕ ਰਿਹਾ? 1451 ਤੋਂ 1499 ਈਸਵੀ ਤੱਕ। ਸਿਕੰਦਰ ਲੋਧੀ ਦਾ ਕਦੋਂ ਤੱਕ ਰਿਹਾ? 1499 ਤੋਂ 1517 ਈਸਵੀ ਤੱਕ। ਇਬਰਾਹਿਮ ਲੋਧੀ ਦਾ ਕਦੋਂ ਤੋਂ ਕਦੋਂ ਤੱਕ ਰਿਹਾ? 1517 ਤੋਂ 1526 ਈਸਵੀ ਤੱਕ।
ਸੋ ਇਹ ਸੀ ਲੋਧੀ ਵੰਸ਼ ਦੇ ਸ਼ਾਸਕ। ਲੋਧੀ ਵੰਸ਼ ਦੇ ਸਟਾਰਟਿੰਗ ਕਿਹਨੇ ਕੀਤੀ ਸੀਗੀ? ਬਹਿਲੋਲ ਲੋਧੀ ਨੇ ਕੀਤੀ ਸੀ। ਨੈਕਸਟ, ਨਟਰਾਜ ਸ਼ਿਵ ਦੀ ਮੂਰਤੀ ਦਾ ਸੰਬੰਧ ਕਿਸ ਰਾਜਵੰਸ਼ ਦੇ ਨਾਲ ਹੈਗਾ? ਚੌਲ ਰਾਜਵੰਸ਼, ਚਾਲੁਕਿਆ ਰਾਜਵੰਸ਼, ਰਾਸ਼ਟਰਕੂਟ ਰਾਜਵੰਸ਼ ਜਾਂ ਪੱਲਵ ਰਾਜਵੰਸ਼? ਸੋ ਨਟਰਾਜ ਸ਼ਿਵ ਦੀ ਮੂਰਤੀ ਦਾ ਸੰਬੰਧ ਹੈਗਾ ਚੌਲ ਰਾਜਵੰਸ਼ ਨਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਦਿੱਲੀ ਸਲਤਨਤ ਦੇ ਕਿਸ ਵੰਸ਼ ਨੇ ਸਭ ਤੋਂ ਘੱਟ ਸਮੇਂ ਤੱਕ ਸ਼ਾਸਨ ਕੀਤਾ ਗਾ? ਸੋ ਦਿੱਲੀ ਸਲਤਨਤ ਦੇ ਵਿੱਚ ਪਹਿਲਾਂ ਤਾਂ ਕਿਹੜੇ ਵੰਸ਼ ਨੇ ਸਭ ਤੋਂ ਘੱਟ ਸ਼ਾਸਨ ਕੀਤਾ ਗਾ, ਇਹ ਆਪਾਂ ਦੇਖ ਦਾਂਗੇ। ਵੰਸ਼, ਸ਼ਾਸਨ ਤੇ ਸਾਲ। ਹੁਣ ਗੁਲਾਮ ਵੰਸ਼ ਨੇ 1206 ਤੋਂ 1290 ਤੱਕ ਸ਼ਾਸਨ ਕੀਤਾ। ਕਿੰਨੇ ਸਾਲ ਸ਼ਾਸਨ ਕੀਤਾ ਗਾ? 84 ਸਾਲ। ਖਿਲਜੀ ਵੰਸ਼ ਨੇ 30 ਸਾਲ, 1290 ਤੋਂ 1320 ਤੱਕ। ਤੁਗਲਕ ਵੰਸ਼ ਨੇ 1320 ਤੋਂ 1414 ਈਸਵੀ ਤੱਕ 94 ਸਾਲ ਕੀ ਕੀਤਾ ਸੀਗਾ? ਰਾਜ ਕੀਤਾ ਸੀਗਾ। ਸੈਯਦ ਵੰਸ਼ ਨੇ 1414 ਤੋਂ 1415 ਈਸਵੀ ਤੱਕ ਰਾਜ ਕੀਤਾ। ਕਿੰਨੇ ਸਾਲ ਕੀਤਾ ਗਾ? 36 ਸਾਲ। ਹੁਣ ਸਭ ਤੋਂ ਘੱਟ ਇਹਦੇ ਵਿੱਚ ਸ਼ਾਸਨ ਕਿਹੜੇ ਵੰਸ਼ ਨੇ ਕੀਤਾ ਗਾ? ਖਿਲਜੀ ਵੰਸ਼ ਨੇ ਕੀਤਾ। ਜੇਕਰ ਸਭ ਤੋਂ ਵੱਧ ਪੁੱਛਿਆ ਜਾਵੇ ਤਾਂ ਕਿਸ ਨੇ ਕੀਤਾ ਗਾ? ਤੁਗਲਕ ਵੰਸ਼ ਨੇ। ਹੁਣ ਸਭ ਤੋਂ ਘੱਟ ਕਿਹਨੇ ਕੀਤਾ ਗਾ? ਖਿਲਜੀ ਵੰਸ਼ ਨੇ। ਸੋ ਆਪਣਾ ਆਨਸਰ ਕੀ ਹੋ ਜਾਊਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਿਹੜੇ ਵੰਸ਼ ਨੇ ਸਭ ਤੋਂ ਘੱਟ ਸ਼ਾਸਨ ਕੀਤਾ ਗਾ? ਖਿਲਜੀ ਵੰਸ਼ ਨੇ। ਨੈਕਸਟ, ਕੇਸਰੀ ਅਖਬਾਰ ਕਿਸ ਨੇ ਛਾਪਣਾ ਸ਼ੁਰੂ ਕੀਤਾ ਸੀਗਾ? ਸੋ ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਜਾਂ ਜਵਾਹਰ ਲਾਲ ਨਹਿਰੂ? ਕੇਸਰੀ ਅਖਬਾਰ ਛਾਪਣਾ ਸ਼ੁਰੂ ਕੀਤਾ ਸੀਗਾ ਬਾਲ ਗੰਗਾਧਰ ਤਿਲਕ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਕਿਸ ਅੰਦੋਲਨ ਤੋਂ ਬਾਅਦ ਵੱਲਭ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਮਿਲੀ ਸੀਗੀ? ਖੇੜਾ ਸੱਤਿਆਗ੍ਰਹਿ, ਭਾਰਤ ਵਿੱਚ ਦੇਸੀ ਰਿਆਸਤਾਂ ਨੂੰ ਮਿਲਾਉਣ ਕਰਕੇ ਇਸ ਨੂੰ ਸਰਦਾਰ ਦੀ ਉਪਾਧੀ ਮਿਲੀ ਸੀ, ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ ਕਰਕੇ ਜਾਂ ਬਾਰਦੋਲੀ ਸੱਤਿਆਗ੍ਰਹਿ ਕਰਕੇ ਇਸ ਨੂੰ ਸਰਦਾਰ ਦੀ ਉਪਾਧੀ ਮਿਲੀ ਸੀ? ਸੋ ਕਿਸ ਕਰਕੇ ਇਸ ਨੂੰ ਸਰਦਾਰ ਦੀ ਉਪਾਧੀ ਮਿਲੀ ਸੀ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਗਾ। ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਕਿ ਸਰਦਾਰ ਦੀ ਉਪਾਧੀ ਇਸ ਨੂੰ ਕਿਸ ਨੇ ਦਿੱਤੀ ਸੀ ਤੇ ਕਿਸ ਅੰਦੋਲਨ ਦੇ ਵਿੱਚ ਮਿਲੀ ਸੀ। ਕਮੈਂਟ ਬਾਕਸ ਦੇ ਵਿੱਚ ਇਹਦਾ ਤੁਸੀਂ ਆਨਸਰ ਜ਼ਰੂਰ ਦੇਣਾ ਗਾ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿੰਨਾ ਕੁ ਵੀ ਸੈਸ਼ਨ ਨੂੰ ਧਿਆਨ ਦੇ ਨਾਲ ਸੁਣਿਆ ਗਾ। ਸੋ ਇਹ ਸੀ ਅੱਜ ਦਾ ਆਪਣਾ ਸੈਸ਼ਨ। ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਇਸ ਵੀਡੀਓ ਦਾ PDF ਤੁਹਾਨੂੰ ਟੈਲੀਗ੍ਰਾਮ ਜੋ ਕਿ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੋਂ ਤੁਹਾਨੂੰ ਮਿਲ ਜਾਵੇਗਾ। ਸੋ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੀਆਂ ਇੱਦਾਂ ਦੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਜਿਨ੍ਹਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇਗਾ। ਸੋ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਨੈਕਸਟ ਟੌਪਿਕ ਦੇ ਨਾਲ।